ਸਤਿ ਸ਼੍ਰੀ ਅਕਾਲ। YouTube ਚੈਨਲ ਪੰਜਾਬੀ ਸਕੂਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਛਾਪੀ ਹੋਈ 9ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਕ ਰੰਗ ਭਾਗ ਪਹਿਲਾ ਵਿੱਚੋਂ ਇੱਕ ਪਾਠ ਕਰਾਂਗੇ। ਜੋ ਅਸੀਂ ਪਾਠ ਕਰਨ ਜਾ ਰਹੇ ਹਾਂ ਉਹ ਇੱਕ ਕਹਾਣੀ ਹੈ ਜਿਸ ਦਾ ਸਿਰਲੇਖ ਹੈ ਪਰਦੇਸ ਨਾ ਤੂੰ ਤੋਰੀ ਬਾਬਲਾ। ਇਹ ਕਹਾਣੀ ਬੰਤ ਸਿੰਘ ਚੱਠਾ ਜੀ ਵੱਲੋਂ ਲਿਖੀ ਹੋਈ ਹੈ। ਅਸੀਂ ਇਸ ਪਾਠ ਨੂੰ 2 ਭਾਗਾਂ ਵਿੱਚ ਕਰਾਂਗੇ। ਸਭ ਤੋਂ ਪਹਿਲੀ ਵੀਡੀਓ ਵਿੱਚ ਅਸੀਂ ਇਸ ਪਾਠ ਨੂੰ ਪੜ੍ਹਾਂਗੇ ਅਤੇ ਸਮਝਾਂਗੇ ਅਤੇ ਇਸ ਤੋਂ ਬਾਅਦ ਅਸੀਂ ਇਸ ਦਾ ਇੱਕ ਭਾਗ ਦੂਸਰਾ ਵਿੱਚ ਇਸ ਪਾਠ ਦਾ ਅਭਿਆਸ ਹੱਲ ਕਰਾਂਗੇ। ਪਾਠ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਲੇਖਕ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਹਾਸਿਲ ਕਰ ਲੈਂਦੇ ਹਾਂ। ਬੰਤ ਸਿੰਘ ਚੱਠਾ ਦਾ ਜਨਮ 4 ਮਈ 1947 ਨੂੰ ਪਿੰਡ ਪੁੱਚੋ ਕਲਾਂ, ਜ਼ਿਲ੍ਹਾ ਬਠਿੰਡਾ, ਪੰਜਾਬ ਵਿਖੇ ਪਿਤਾ ਦਲੀਪ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਹੋਇਆ। ਉਹ ਇੱਕ ਪ੍ਰਸਿੱਧ ਗਲਪਕਾਰ ਹਨ। ਉਹਨਾਂ ਦੇ ਕਹਾਣੀ ਸੰਗ੍ਰਹਿ ਹਨ ਗੁਲਾਬ ਦੇ ਫੁੱਲ, ਤੂੰ ਝੂਠ ਬੋਲਿਆ ਸੀ, ਸ਼ਹਿਰ ਨਾ ਜਾ, ਦੁਪਹਿਰੇ ਢਲਿਆ ਸੂਰਜ ਅਤੇ ਗੰਧਲੇ ਪਾਣੀ। ਉਹਨਾਂ ਨੇ ਨਾਵਲ ਵੀ ਲਿਖੇ ਹਨ ਜਿਵੇਂ ਨਦੀ ਵਹਿੰਦੀ ਰਹੀ, ਹਨੇਰੀ ਰਾਤ ਦੇ ਤਾਰੇ ਅਤੇ 3 ਕੁੜੀਆਂ। ਸੋਹੇ ਸਵੇਰਾ ਉਹਨਾਂ ਦੀ ਸਵੈ ਜੀਵਨੀ ਹੈ। ਚੱਠਾ ਨੇ ਲੇਖਾਂ ਦੀ ਸਿਰਜਣਾ ਵੀ ਕੀਤੀ ਹੈ। ਧੀਆਂ ਬਿਨਾਂ ਨਹੀਂ ਤੀਆਂ ਉਹਨਾਂ ਦੀ ਵਾਰਤਕ ਪੁਸਤਕ ਹੈ। ਇਸ ਰਚਨਾ ਪ੍ਰਕਿਰਿਆ ਦੀ ਬਦੌਲਤ ਉਹਨਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲ ਚੁੱਕੇ ਹਨ। ਇਹ ਤਾਂ ਸੀ ਇਸ ਕਹਾਣੀ ਦੇ ਲੇਖਕ ਬਾਰੇ ਜਾਣਕਾਰੀ। ਕਹਾਣੀ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਕਹਾਣੀ ਬਾਰੇ ਕੁਝ ਮੋਟੀਆਂ-ਮੋਟੀਆਂ ਗੱਲਾਂ ਦੱਸਣਾ ਚਾਹਾਂਗੀ। ਇਹ ਕਹਾਣੀ ਇਸ ਸਮੱਸਿਆ ਨੂੰ ਉਭਾਰਦੀ ਹੈ ਕਿ ਕਿਸ ਤਰ੍ਹਾਂ ਕੁਝ ਲੋਕ ਆਪਣੇ ਮੁੰਡੇ ਕੁੜੀਆਂ ਨੂੰ ਪਰਦੇਸ ਤੋਰ ਕੇ ਦੂਜੇ ਦੇਸ਼ਾਂ ਵਿੱਚ ਭੇਜ ਕੇ ਆਪਣੇ ਆਪ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨਾ ਚਾਹੁੰਦੇ ਹਨ, ਆਪਣੀ ਆਰਥਿਕ ਖੁਸ਼ਹਾਲੀ ਲਈ ਕੋਸ਼ਿਸ਼ ਕਰਦੇ ਹਨ। ਅਤੇ ਮੁੱਖ ਤੌਰ 'ਤੇ ਇਸ ਕਹਾਣੀ ਵਿੱਚ ਅਜਿਹੇ ਮੁੰਡਿਆਂ ਬਾਰੇ ਜ਼ਿਕਰ ਹੈ ਜਿਹੜੇ ਕਿ ਪਹਿਲਾਂ ਤੋਂ ਵਿਦੇਸ਼ ਰਹਿੰਦੇ ਨੇ, ਉਹ ਵਿਆਹੇ ਹੋਏ ਨੇ ਜਾਂ ਬਹੁਤ ਵੱਡੀ ਉਮਰ ਦੇ ਨੇ ਅਤੇ ਕਿਸ ਤਰ੍ਹਾਂ ਉਹ ਇੱਧਰ ਯਾਨੀ ਕਿ ਭਾਰਤ ਵਿੱਚ ਆ ਕੇ ਛੋਟੀ ਉਮਰ ਦੀਆਂ ਕੁੜੀਆਂ ਨਾਲ ਵਿਆਹ ਕਰ ਲੈਂਦੇ ਨੇ। ਉਹਨਾਂ ਵਿੱਚੋਂ ਬਹੁਤੇ ਉਹਨਾਂ ਨੂੰ ਬਾਹਰ ਲੈ ਕੇ ਨਹੀਂ ਜਾਂਦੇ ਜਾਂ ਹੋਰ ਬਹੁਤ ਸਾਰਾ ਦਿੱਕਤਾਂ ਆਉਂਦੀਆਂ ਨੇ। ਤਾਂ ਵਿਦੇਸ਼ੀ ਲਾੜਿਆਂ ਦੇ ਲਾਲਚ ਅਤੇ ਉਹਨਾਂ ਦੇ ਕੁੜੀਆਂ ਨਾਲ ਕੀਤੇ ਜਾਂਦੇ ਖਿਲਵਾੜ ਨੂੰ ਇਸ ਕਹਾਣੀ ਵਿੱਚ ਪੇਸ਼ ਕੀਤਾ ਗਿਆ ਹੈ। ਤਾਂ ਆਓ ਸ਼ੁਰੂ ਕਰੀਏ ਕਹਾਣੀ ਪਰਦੇਸ ਨਾ ਤੂੰ ਤੋਰੀ ਬਾਬਲਾ। ਮੈਂ ਵੀ ਉਹਨਾਂ ਮਾਪਿਆਂ ਵਰਗੀ ਸੋਚ ਦਾ ਧਾਰਨੀ ਸੀ ਜੋ ਆਪਣੇ ਮੁੰਡੇ ਕੁੜੀਆਂ ਨੂੰ ਪਰਦੇਸ ਤੋਰ ਕੇ ਆਪਣੇ ਪਰਿਵਾਰ ਨੂੰ ਆਰਥਿਕ ਤੌਰ 'ਤੇ ਖੁਸ਼ਹਾਲ ਵੇਖਣਾ ਚਾਹੁੰਦੇ ਹਨ। ਮੇਰੀ ਧੀ ਰਾਣੀ ਨੇ MA ਕਰਕੇ B.Ed ਵੀ ਕਰ ਲਈ ਸੀ। ਆਪਣੇ ਦੇਸ਼ ਵਿੱਚ ਧੀਆਂ ਦੀ ਬੇਰੁਜ਼ਗਾਰੀ ਨੂੰ ਦੇਖ ਕੇ ਮੇਰੀ ਪਤਨੀ ਨੇ ਮੈਨੂੰ ਸਲਾਹ ਦਿੱਤੀ ਕਿ ਆਪਾਂ ਵੀ ਰਾਣੀ ਲਈ ਕੋਈ ਵਿਦੇਸ਼ ਗਿਆ ਮੁੰਡਾ ਲੱਭ ਕੇ ਇਸ ਨੂੰ ਜਹਾਜ਼ 7 ਸਮੁੰਦਰੋਂ ਪਾਰ ਹੀ ਚੜ੍ਹਾ ਦਈਏ। ਤਾਂ ਇਸ ਕਹਾਣੀ ਵਿੱਚ ਸਾਨੂੰ ਪਤਾ ਚੱਲ ਰਿਹਾ ਹੈ ਕਿ ਇੱਕ ਪਤੀ ਪਤਨੀ ਹੈ, ਜਿਹੜਾ ਕਿ ਪਤੀ ਮੈਂ ਦੇ ਰੂਪ ਵਿੱਚ ਗੱਲ ਕਰ ਰਿਹਾ, ਇਸ ਵਿੱਚ ਉਹੀ ਕਹਾਣੀ ਸੁਣਾ ਰਿਹਾ ਹੈ, ਅਤੇ ਇੱਕ ਉਹਨਾਂ ਦੀ ਬੇਟੀ ਹੈ ਰਾਣੀ ਜਿਹੜੀ ਕਿ MA B.Ed ਕਰ ਚੁੱਕੀ ਹੈ ਅਤੇ ਉਹ ਚਾਹ ਰਹੇ ਨੇ ਕਿ ਅਸੀਂ ਇਹਨੂੰ ਵਿਦੇਸ਼ ਭੇਜ ਦਈਏ ਕਿਉਂਕਿ ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਹੈ, ਨੌਕਰੀਆਂ ਨਹੀਂ ਮਿਲ ਰਹੀਆਂ ਅਤੇ 7 ਸਮੁੰਦਰ ਦੂਰ ਜਾ ਕੇ ਇਹ ਉੱਥੇ ਵਧੀਆ ਕਮਾਈ ਕਰ ਸਕੇਗੀ। ਆਪਾਂ ਰੋਜ਼ ਹੀ ਖਬਰਾਂ ਪੜ੍ਹਦੇ ਸੁਣਦੇ ਹਾਂ ਕਿ ਢੇਰ ਸਾਰੀ ਜਮਾਤਾਂ ਦੀਆਂ ਪੜ੍ਹੀਆਂ ਕੁੜੀਆਂ ਆਪਣੀ ਹੀ ਰੋਜ਼ੀ ਰੋਟੀ ਲਈ ਬੇਰੁਜ਼ਗਾਰ ਹੋਈਆਂ ਫਿਰਦੀਆਂ। ਜਦੋਂ ਉਹ ਸਮੇਂ ਦੀਆਂ ਸਰਕਾਰਾਂ ਤੋਂ ਨੌਕਰੀਆਂ ਮੰਗਦੀਆਂ ਤਾਂ ਉਹਨਾਂ ਨੂੰ ਪੁਲਿਸ ਵੱਲੋਂ ਡਾਂਗਾਂ ਨਾਲ ਕੁੱਟਿਆ ਜਾਂਦਾ ਹੈ। ਚੌਂਕਾਂ ਵਿੱਚ ਧਰਨੇ ਮੁਜ਼ਾਹਰੇ ਕਰਦਿਆਂ ਦੀਆਂ ਗੁੱਤਾਂ ਪੱਟੀਆਂ ਜਾਂਦੀਆਂ, ਲੱਤਾਂ ਬਾਹਾਂ ਤੋਂ ਫੜ ਕੇ ਘੜੀਸਿਆ ਜਾਂਦਾ ਹੈ। ਘੜੀਸਣ ਦਾ ਮਤਲਬ ਹੁੰਦਾ ਕਿਸੇ ਨੂੰ ਘਸੀਟਣਾ ਧਰਤੀ ਉੱਤੇ। ਕਈ ਵਾਰੀ ਬੇਰੁਜ਼ਗਾਰ ਕੁੜੀਆਂ ਦਾ ਇਕੱਠ ਪਾਣੀ ਵਾਲੀਆਂ ਟੈਂਕੀਆਂ 'ਤੇ ਚੜ੍ਹ ਕੇ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹੋ ਜਾਂਦਾ ਹੈ। ਆਪਣੇ ਆਪ ਨੂੰ ਅੱਗਾਂ ਵਿੱਚ ਵੀ ਸਾੜ ਲੈਂਦੀਆਂ। ਮੈਂ ਤਾਂ ਤੁਹਾਨੂੰ ਐਸੇ ਡਰੋਂ ਕਹਿੰਦੀ ਹਾਂ ਕਿ ਐਨੀ ਪੜ੍ਹਾ ਲਿਖਾ ਕੇ ਕਿਤੇ ਕੁੜੀ ਤੋਂ ਹੱਥ ਹੀ ਨਾ ਧੋ ਲਈਏ। ਤੁਹਾਨੂੰ ਮਤਲਬ ਤੁਹਾਨੂੰ। ਤਾਂ ਮਾਂ ਦੀ ਫਿਕਰ ਬੋਲ ਰਹੀ ਹੈ ਕਿ ਉਹ ਸੁਣ ਰਹੀ ਹੈ ਕਿ ਕਿਸ ਤਰ੍ਹਾਂ ਪੜ੍ਹੇ ਲਿਖਿਆਂ ਨੂੰ ਨੌਕਰੀ ਨਹੀਂ ਮਿਲ ਰਹੀ, ਕਈ ਉਹਨਾਂ ਵਿੱਚੋਂ ਆਤਮ ਹੱਤਿਆ ਕਰ ਰਹੇ ਨੇ, ਕੋਈ ਅੱਗ ਲਗਾ ਰਿਹਾ, ਕੋਈ ਟੈਂਕੀ ਤੋਂ ਛਾਲ ਮਾਰ ਰਿਹਾ। ਤਾਂ ਆਪਾਂ ਕੁੜੀ ਨੂੰ ਬਾਹਰ ਭੇਜ ਦਈਏ ਕਿਤੇ ਸਾਡੀ ਕੁੜੀ ਨਾਲ ਵੀ ਇਹ ਸਭ ਕੁਝ ਨਾ ਹੋ ਜਾਵੇ। ਇੱਛਾ ਤਾਂ ਭਾਵੇਂ ਮੇਰੀ ਪਹਿਲਾਂ ਵੀ ਸੀ, ਪਰ ਪਤਨੀ ਦੀ ਡਰਾਉਣੀ ਜੀ ਗੱਲ ਸੁਣ ਕੇ ਮੇਰਾ ਵੀ ਪੱਕਾ ਮਨ ਬਣ ਗਿਆ ਸੀ। ਮੈਂ ਸੋਚਿਆ ਕਿ ਐਨੀ ਸੋਹਣੀ ਅਤੇ ਪੜ੍ਹੀ ਲਿਖੀ ਮੇਰੀ ਧੀ ਨੂੰ ਵਿਦੇਸ਼ ਲੈ ਕੇ ਜਾਣ ਤੋਂ ਭਲਾ ਕੋਈ ਕਿਵੇਂ ਨਾ ਕਰੂ। ਮੇਰੀ ਧੀ ਤੇ ਦਾਜ ਨੂੰ ਵੇਖ ਕੇ ਅਗਲੇ ਕਿਉਂ ਛੱਡਣਗੇ ਇਹ ਰਿਸ਼ਤਾ।
ਸੋ ਇਸ ਵਿਚਾਰ ਨੂੰ ਲੈ ਕੇ ਮੈਂ ਅਤੇ ਪਤਨੀ ਨੇ ਪੱਕਾ ਇਰਾਦਾ ਬਣਾ ਲਿਆ ਕਿ ਕੁੜੀ ਪ੍ਰਦੇਸ਼ ਭੇਜ ਕੇ ਹੀ ਸਾਡੀ ਇਸ ਸਮਾਜ ਵਿੱਚ ਸ਼ਾਨ ਸ਼ੌਕਤ ਬਣੇਗੀ। ਹੁਣ ਜਦੋਂ ਵੀ ਕੋਈ ਮੁੰਡਾ ਕੈਨੇਡਾ, ਅਮਰੀਕਾ ਜਾਂ ਕਿਸੇ ਹੋਰ ਦੇਸ਼ ਤੋਂ ਆਉਂਦਾ ਤਾਂ ਅਸੀਂ ਪੈਰ ਜੁੱਤੀ ਨਾ ਪਾਉਂਦੇ। ਪੈਰ ਜੁੱਤੀ ਨਾ ਪਾਉਣਾ ਦਾ ਮਤਲਬ ਬਿਲਕੁਲ ਆਰਾਮ ਨਾ ਕਰਨਾ, ਫਟਾਫਟ ਕੋਈ ਕੰਮ ਨੂੰ ਕਰਨ ਲੱਗ ਜਾਣਾ। ਅੰਗਲੀ ਸੰਗਲੀ ਉਹਨਾਂ ਨਾਲ ਕੱਢ ਕੇ ਅਗਲੇ ਦੇ ਅੱਗੇ ਪਿੱਛੇ ਫਿਰਦੇ। ਅੰਗਲੀ ਸੰਗਲੀ ਮਤਲਬ ਕੋਈ ਨਾ ਕੋਈ ਉਹਨਾਂ ਨਾਲ ਜਾਣ ਪਹਿਚਾਣ ਕੱਢ ਕੇ, ਰਿਸ਼ਤੇਦਾਰੀ ਕੱਢ ਕੇ ਉਹਨਾਂ ਦੇ ਕੋਲ ਪਹੁੰਚ ਜਾਂਦੇ। ਹੁਣ ਸਾਡੀ ਇੱਛਾ ਲਾਲਚ ਵਿੱਚ ਵੀ ਬਦਲ ਗਈ ਸੀ ਕਿ ਆਪਣੀ ਲੜਕੀ ਦਾ ਵਿਆਹ ਪ੍ਰਦੇਸ਼ ਗਏ ਲੜਕੇ ਨਾਲ ਕਰ ਦੇਣਾ, ਤਾਂ ਕੁੜੀ ਦੇ ਵਿਆਹ ਪਿੱਛੋਂ ਅਸੀਂ ਸਾਰਾ ਟੱਬਰ ਹੀ ਵਿਦੇਸ਼ਾਂ ਵਿੱਚ ਸੈੱਟ ਹੋ ਜਾਵਾਂਗੇ। ਮੈਂ ਅਤੇ ਮੇਰੇ ਮੁੰਡੇ ਉੱਥੇ ਬਾਹਰ ਜਾਣ ਦੀ ਖੁਸ਼ੀ ਵਿੱਚ ਸਾਰੇ ਟੱਬਰ ਦੀਆਂ ਰਾਤ ਦੀਆਂ ਨੀਂਦਾਂ ਉੱਡ ਗਈਆਂ ਸਨ। ਹੁਣ ਸਾਰਾ ਟੱਬਰ ਇਹ ਸੋਚਣ ਲੱਗ ਪਿਆ ਕਿ ਅਸੀਂ ਸਾਰੇ ਵਿਦੇਸ਼ ਪਹੁੰਚ ਜਾਵਾਂਗੇ ਆਪਣੀ ਕੁੜੀ ਨੂੰ ਵਿਦੇਸ਼ ਵਿਆਹ ਕੇ। ਤਾਂ ਉਹਨਾਂ ਨੂੰ ਇਸ ਚੱਕਰ ਵਿੱਚ ਰਾਤ ਨੂੰ ਨੀਂਦ ਵੀ ਨਹੀਂ ਸੀ ਆਉਂਦੀ, ਉਹ ਖੁਸ਼ੀ ਦੇ ਮਾਰੇ ਕਿ ਅਸੀਂ ਸਾਰੇ ਵਿਦੇਸ਼ ਪਹੁੰਚ ਜਾਵਾਂਗੇ। ਹੁਣ ਸਾਨੂੰ ਸਾਡੀ ਰਾਣੀ ਧੀ ਕੋਰੂ ਦਾ ਖਜ਼ਾਨਾ ਲੱਗ ਰਹੀ ਸੀ। ਕੋਰੂ ਦਾ ਖਜ਼ਾਨਾ ਮਤਲਬ ਬਹੁਤ ਵੱਡਾ ਖਜ਼ਾਨਾ। ਹੁਣ ਤਾਂ ਉੱਥੇ ਜਾ ਕੇ ਬਸ ਪੰਡਾ ਬੰਨਣ ਦੀ ਕਾਹਲ ਹੀ ਸੀ। ਹੁਣ ਮੈਂ ਉਹਨਾਂ ਲੋਕਾਂ ਦੀ ਭਾਲ ਕਰਕੇ ਮਿੱਤਰ ਬਣਾਉਣ ਦੀ ਕੋਸ਼ਿਸ਼ ਕਰਦਾ ਜਿਨ੍ਹਾਂ ਦੇ ਪੁੱਤ ਜਾਂ ਰਿਸ਼ਤੇ ਵਿੱਚੋਂ ਪ੍ਰਦੇਸ਼ ਗਏ ਹੋਏ ਸਨ। ਉਹਨਾਂ ਦੀ ਚਾਪਲੂਸੀ ਕਰਦਾ। ਚਾਪਲੂਸੀ ਕਰਨਾ ਮਤਲਬ ਕਿਸੇ ਦੀ ਪ੍ਰੇਜ਼ ਕਰਨੀ ਝੂਠੀ, ਕਿਸੇ ਦੀ ਚਮਚਾਗਿਰੀ ਕਰਨੀ। ਜ਼ਮੀਰ ਮਾਰ ਕੇ ਵੀ ਮੈਂ ਉਹਨਾਂ ਦੇ ਲਈ ਅਣਚਾਹੇ ਕੰਮ ਕਰਦਾ। ਮੈਨੂੰ ਫਿਰ ਸ਼ਰਮ ਵੀ ਕਾਹਦੀ ਸੀ ਜਦੋਂ ਮੇਰੀ ਸੰਗ ਹੀ ਲੈ ਗਈ ਸੀ। ਸੰਗ ਮਤਲਬ ਸ਼ਰਮ। ਤਾਂ ਉਹ ਉਹਨਾਂ ਲੋਕਾਂ ਦੇ ਮਗਰ ਫਿਰਨ ਲੱਗ ਪਏ ਜਿਨ੍ਹਾਂ ਦਾ ਕੋਈ ਨਾ ਕੋਈ ਰਿਸ਼ਤੇਦਾਰ, ਕੋਈ ਦੋਸਤ, ਕੋਈ ਮਿੱਤਰ, ਕੋਈ ਘਰ ਦਾ ਵਿਦੇਸ਼ ਗਿਆ ਹੋਇਆ ਸੀ। ਮੈਂ ਹੁਣ ਉਹਨਾਂ ਲੋਕਾਂ ਜਾਂ ਆਂਢ ਗੁਆਂਢ ਦੀ ਤਾਬਿਆਦਾਰੀ ਵੀ ਕਰਦਾ ਜਿਨ੍ਹਾਂ ਦੀ ਮੈਂ ਕਦੇ ਪਿੱਠ ਤੱਕ ਹੀ ਮੂੰਹ ਵੀ ਨਹੀਂ ਦੇਖਿਆ ਸੀ। ਵੀ ਜਿਨ੍ਹਾਂ ਲੋਕਾਂ ਨੂੰ ਬਿਲਕੁਲ ਬੁਲਾਉਂਦਾ ਵੀ ਨਹੀਂ ਸੀਗਾ, ਉਹਨਾਂ ਦੀ ਵੀ ਤਾਬਿਆਦਾਰੀ ਕਰਨਾ, ਮਤਲਬ ਉਹਨਾਂ ਦੀ ਅਧੀਨਗੀ ਮੰਨਣਾ, ਉਹਨਾਂ ਦਾ ਕਹਿਣਾ ਮੰਨਣਾ ਉਹ ਕਰਨ ਲੱਗ ਪਿਆ ਤਾਂ ਜੋ ਆਪਣੀ ਧੀ ਨੂੰ ਵਿਦੇਸ਼ ਪਹੁੰਚਾ ਸਕੇ। ਸਾਡੇ ਪਰਿਵਾਰ ਵਿੱਚ ਨਿੱਤ ਦੀਆਂ ਕਿਆਸ ਰਾਈਆਂ ਕਰਕੇ ਦਿਮਾਗ ਵਿੱਚ ਇਹੀ ਕੀੜਾ ਖੋੜ ਪਾ ਰਿਹਾ ਸੀ। ਕਿਆਸ ਰਾਈਆਂ ਹੁੰਦੀਆਂ ਅੰਦਾਜ਼ੇ ਲਾਉਣੇ, ਵੀ ਹਰ ਰੋਜ਼ ਉਹ ਸੋਚਦੇ ਸੀ ਵੀ ਇੱਥੇ ਸ਼ਾਇਦ ਹੋ ਜਾਵੇ ਰਿਸ਼ਤਾ, ਸ਼ਾਇਦ ਇੱਥੇ ਰਿਸ਼ਤਾ ਹੋ ਜਾਵੇ। ਕਦੋਂ ਸਾਡੀ ਰਾਣੀ ਜਹਾਜ਼ ਚੜ੍ਹੇ, ਫਿਰ ਅਸੀਂ ਵੀ ਦਿਨਾਂ ਅਤੇ ਮਹੀਨਿਆਂ ਵਿੱਚ ਕਾਗਜ਼ ਪੱਚਰ ਬਣਾ ਕੇ ਉੱਧਰ ਕਾਰਾਂ 'ਤੇ ਝੂਟੇ ਲੈਂਦੇ ਇਸ ਸੁਖੀ ਜੀਵਨ ਤੋਂ ਛੁਟਕਾਰਾ ਪਾ ਲਵਾਂਗੇ। ਤਾਂ ਉਹ ਸੋਚਦੇ ਸੀ ਕਿ ਜਦੋਂ ਸਾਡੀ ਧੀ ਪਹੁੰਚ ਜਾਵੇ ਤਾਂ ਕੁਝ ਹੀ ਮਹੀਨਿਆਂ ਵਿੱਚ ਅਸੀਂ ਵੀ ਉੱਥੇ ਪਹੁੰਚ ਕੇ ਕਾਰਾਂ 'ਤੇ ਝੂਟੇ ਲਵਾਂਗੇ। ਪਰ ਰਾਣੀ ਧੀ ਨਾਲ ਅਸੀਂ ਕਦੇ ਕੋਈ ਗੱਲ ਸਾਂਝੀ ਨਾ ਕਰਦੇ। ਸਾਂਝੀ ਕਰਨਾ ਮਤਲਬ ਗੱਲ ਬਾਤ ਕਰਨਾ। ਉਹਨੇ ਰਾਣੀ ਨੂੰ ਉਹਨਾਂ ਨੇ ਕੁਛ ਵੀ ਨਹੀਂ ਸੀ ਦੱਸਿਆ। ਪਤਾ ਨਹੀਂ ਸਾਨੂੰ ਕਿਉਂ ਉਸ ਤੋਂ ਕੋਈ ਭੈ ਜਿਹਾ ਲੱਗਦਾ। ਭੈ ਮਤਲਬ ਡਰ। ਇੱਕ ਦਿਨ ਅਣੀ ਪਟੱਕੇ ਕੈਨੇਡਾ ਵਿੱਚੋਂ ਵਿਆਹ ਕਰਾਉਣ ਲਈ ਮੁੰਡਾ ਪੰਜਾਬ ਆਇਆ। ਅਣੀ ਪਟੱਕੇ ਮਤਲਬ ਅਚਾਨਕ ਹੀ ਕਿਤੋਂ ਇੱਕ ਮੁੰਡਾ ਸਾਨੂੰ ਪਤਾ ਲੱਗਿਆ ਵੀ ਕੈਨੇਡਾ ਤੋਂ ਆਇਆ ਵਿਆਹ ਕਰਾਉਣ ਲਈ। ਭੱਜ ਨੱਠ ਕਰਕੇ ਸਿਫਾਰਸ਼ਾਂ ਨਾਲ ਅਸੀਂ ਉਹਨਾਂ ਤੱਕ ਪਹੁੰਚ ਕੀਤੀ। ਮੈਂ ਕਿਸੇ ਮਿੱਤਰ ਨੂੰ ਲੈ ਕੇ ਉਹਨਾਂ ਦੇ ਦਰਾਂ 'ਤੇ ਪਹੁੰਚਿਆ ਤਾਂ ਉਸ ਕਾਕਾ ਜੀ ਨੂੰ ਵੇਖ ਕੇ ਮੇਰਾ ਮਨ ਕੱਚਾ ਜਿਹਾ ਹੋ ਗਿਆ। ਦਰ ਮਤਲਬ ਉਹਨਾਂ ਦੇ ਦਰਵਾਜ਼ੇ 'ਤੇ ਉਹਨਾਂ ਦੇ ਘਰ ਪਹੁੰਚਿਆ ਕਿਸੇ ਮਿੱਤਰ ਨੂੰ ਲੈ ਕੇ। ਪਰ ਉਹ ਮੁੰਡੇ ਨੂੰ ਦੇਖ ਕੇ ਉਹਦਾ ਮਨ ਕੱਚਾ ਹੋ ਜਾਣਾ ਮਤਲਬ ਮਨ ਨੂੰ ਚੰਗਾ ਨਾ ਲੱਗਣਾ, ਬੁਰਾ ਜਿਹਾ ਲੱਗਣਾ। ਕਿਉਂ ਬੁਰਾ ਲੱਗਿਆ ਉਹ ਸਾਨੂੰ ਅੱਗੇ ਪਤਾ ਚੱਲੇਗਾ। ਬਸ ਉਸ ਬੀਬੇ ਲੜਕੇ ਦੀ ਉਮਰ 40 ਕੁ ਵਰ੍ਹਿਆਂ ਦੀ ਸੀ, ਅਜੇ ਮਸਾਂ ਹੀ ਹੋਈ ਹੋਣੀ ਹੈ। ਮਤਲਬ ਕਿਉਂ ਦਾ ਮਨ ਕੱਚਾ ਹੋਇਆ? ਕਿਉਂਕਿ ਉਸ ਮੁੰਡੇ ਦੀ ਉਮਰ ਕਿੰਨੀ ਸੀ? 40 ਕੁ ਸਾਲ। ਮੈਂ ਤਾਂ ਵੇਖ ਕੇ ਚੁੱਪ ਹੀ ਰਿਹਾ। ਮੇਰਾ ਮਿੱਤਰ ਉਹਨਾਂ ਦੇ ਘਰ ਵਾਲਿਆਂ ਨਾਲ ਅਤੇ ਮੇਰੇ ਘਰ ਦੀ ਅਤੇ ਕੁੜੀ ਦੀ ਵਡਿਆਈ ਕਰਦਾ ਸੌਦਾ ਤੈਅ ਕਰਕੇ ਗੱਲ ਮੁਕਾਉਣ ਦੀ ਵੀ ਕਾਹਲੀ ਕਰ ਰਿਹਾ ਸੀ। ਇੱਥੇ ਰਿਸ਼ਤੇ ਲਈ ਸੌਦਾ ਸ਼ਬਦ ਵਰਤਿਆ ਜਾ ਰਿਹਾ। ਉਹ ਤਾਂ ਕਰਕੇ ਕਿਉਂਕਿ ਜਦੋਂ ਅਣਜੋੜ ਰਿਸ਼ਤੇ ਕਿਸੇ ਨਾ ਕਿਸੇ ਲਾਲਚ ਕਰਕੇ ਕੀਤੇ ਜਾਂਦੇ ਹਨ ਤਾਂ ਉਹ ਰਿਸ਼ਤੇ ਨਹੀਂ ਸੌਦਾ ਹੀ ਹੁੰਦੇ ਹਨ। ਮੈਂ ਉਸ ਨੂੰ ਪਾਸੇ ਲਿਜਾ ਕੇ ਕੁੜੀ ਅਤੇ ਮੁੰਡੇ ਦੀ ਉਮਰ ਦਾ ਦਿਨ ਰਾਤ ਦਾ ਫਰਕ ਦੱਸਿਆ। ਦਿਨ ਰਾਤ ਦਾ ਫਰਕ ਹੁੰਦਾ ਹੈ ਬਹੁਤ ਜ਼ਿਆਦਾ ਫਰਕ। ਉਸਨੇ ਮੈਨੂੰ ਸਮਝਾਇਆ ਕਿ ਵੇਖ ਯਾਰ, ਤੂੰ ਤਾਂ ਜਮਾ ਹੀ ਕਮਲ ਹੈ। ਅੱਜ ਕੱਲ੍ਹ 45 ਸਾਲਾਂ ਦੀ ਵੀ ਕੋਈ ਵੱਡੀ ਉਮਰ ਹੁੰਦੀ ਹੈ। ਪਰਦੇਸੀ ਗਏ ਮੁੰਡਿਆਂ ਦੀਆਂ ਉਮਰਾਂ ਤਾਂ ਐਂ ਹੀ ਲੰਘ ਜਾਂਦੀਆਂ ਨੇ। ਤਾਂ ਇੱਥੇ ਸਾਨੂੰ ਵਿਚੋਲੇ ਦੀ ਗੱਲ ਤੋਂ ਪਤਾ ਚੱਲ ਰਿਹਾ ਹੈ ਕਿ ਉਸ ਮੁੰਡੇ ਦੀ ਉਮਰ ਲਗਭਗ 45 ਸਾਲ ਹੈ। ਉਸਦੀ ਆ 40 ਤੋਂ 45 ਸਾਲ ਦੀ ਗੱਲ ਸੁਣ ਕੇ ਮੇਰਾ ਚਿਹਰਾ ਪੀਲਾ ਪੈ ਗਿਆ। ਚਿਹਰਾ ਪੀਲਾ ਪੈ ਜਾਣਾ ਮਤਲਬ ਬਿਲਕੁਲ ਘਬਰਾ ਜਾਣਾ। ਮੈਂ ਉਸਨੂੰ ਨਾ ਕਰ ਦਿੱਤੀ ਸੀ। ਮਿੱਤਰ ਮੇਰੇ ਸਿਰ ਅਹਿਸਾਨ ਕਰਦਾ ਹੁਣ ਕਹਿ ਰਿਹਾ ਸੀ, ਯਾਰ ਤੂੰ ਕਿੱਦਣ ਦਾ ਮੈਨੂੰ ਤਪਾ ਰਿਹਾ ਹੈ।
ਹੁਣ ਜੇ ਮੈਂ ਹੁਣ ਇਹਨਾਂ ਨਾਲ ਗੱਲ ਪੱਕੀ ਕਰੀ ਜਾਣਾ ਤਾਂ ਤੂੰ ਆ ਉਮਰ ਵਾਲਾ ਫਾਨਾ ਡਾਤਾ ਤਪਾ ਰਿਹਾ, ਮਤਲਬ ਮੈਨੂੰ ਤੰਗ ਕਰ ਰਿਹਾ, ਕਿੰਨੇ ਦਾ ਮੇਰੇ ਪਿੱਛੇ ਪਿਆ। ਤੇ ਹੁਣ ਆ ਉਮਰ ਵਾਲਾ ਫਾਨਾ ਡਾਤਾ ਮਤਲਬ ਤੂੰ ਵਿੱਚ ਅੜਚਨ ਪਾ ਦਿੱਤੀ ਹੈ ਕਿ ਹੁਣ ਜਦੋਂ ਮੈਂ ਗੱਲ ਖ਼ਤਮ ਕਰ ਰਿਹਾ, ਤੇਰਾ ਕਹਿਣਾ ਮੰਨ ਰਿਹਾ, ਵਿਦੇਸ਼ੀ ਮੁੰਡੇ ਦਾ ਰਿਸ਼ਤਾ ਕਰਵਾ ਰਿਹਾ, ਤੇ ਤੂੰ ਵਿੱਚ ਹੁਣ ਬਿਨਾਂ ਗੱਲ ਤੋਂ ਅੜਚਨ ਪਾ ਰਿਹਾ ਉਮਰ ਵਾਲੀ ਗੱਲ ਦੀ। ਐ ਤਾਂ ਸਭ ਗੱਲਾਂ ਮੇਲ ਨਹੀਂ ਖਾਂਦੀਆਂ ਹੁੰਦੀਆਂ। ਮੇਲ ਖਾਣਾ ਮਤਲਬ ਇੱਕ ਦੂਜੇ ਨਾਲ ਮੈਚ ਕਰਨਾ, ਮਿਲਣਾ। ਸਭ ਕੁਛ ਸਾਨੂੰ ਆਪਣੀ ਪਸੰਦ ਦਾ ਨਹੀਂ ਮਿਲਦਾ। ਹੁਣ ਤੂੰ ਨੰਨਾ ਨਾ ਪਾ। ਨੰਨਾ ਪਾਉਣਾ ਮਤਲਬ ਨਾ ਕਰਨੀ। ਮੈਂ ਤਾਂ ਇਹਨਾਂ ਨਾਲ ਸਾਰੀ ਗੱਲ ਤੈਅ ਕਰਕੇ ਪੱਕੀ ਹਾਂ ਹੀ ਕਰਤੀ ਹੈ। ਉਸ ਦੀ ਦਬਾਅ ਵਾਲੀ ਗੱਲ ਹੇਠ ਮੈਂ ਦਬ ਕੇ ਰਹਿ ਗਿਆ ਸੀ। ਮੈਂ ਮੂੰਹੋਂ ਕੁਝ ਨਾ ਬੋਲਿਆ। ਉਸ ਮਿੱਤਰ ਨੇ ਉਹਨਾਂ ਮੁੰਡੇ ਵਾਲਿਆਂ ਨੂੰ ਮੇਰੇ ਘਰ ਆਉਣ ਦਾ ਸੱਦਾ ਦੇ ਦਿੱਤਾ। ਸ਼ਾਮ ਨੂੰ ਘਰ ਆ ਕੇ ਮੈਂ ਆਪਣੀ ਪਤਨੀ ਨਾਲ ਗੱਲ ਕੀਤੀ ਕਿ ਮੁੰਡੇ ਦੀ ਉਮਰ 45-50 ਸਾਲਾਂ ਨੂੰ ਟੁਕੀ ਹੋਈ ਹੈ। ਟੁਕੀ ਹੋਈ ਹੈ ਮਤਲਬ ਹੋਣ ਵਾਲੀ ਹੈ, 50 ਸਾਲ ਦੇ ਆਸ-ਪਾਸ ਉਹਦੀ ਉਮਰ ਹੈ। ਆਪਾਂ ਗੱਲ ਇੱਥੇ ਹੀ ਠੱਪ ਦਈਏ, ਬਥੇਰੇ ਮੁੰਡੇ ਹੋਰ ਮਿਲ ਜਾਣਗੇ। ਮੈਂ ਗੱਲ ਵਧਾ ਕੇ ਦੱਸੀ। ਉਹਨੇ ਆਪਣੀ ਪਤਨੀ ਨੂੰ ਥੋੜ੍ਹਾ ਹੋਰ ਵਧਾ ਕੇ ਦੱਸਿਆ। ਵਿਚੋਲੇ ਨੇ 40-45 ਦੱਸੀ ਸੀ, ਉਹਨੇ ਆਪਣੀ ਪਤਨੀ ਨੂੰ 45-50 ਦੱਸਿਆ ਤਾਂ ਜੋ ਕਿਸੇ ਤਰ੍ਹਾਂ ਉਹ ਗੱਲ ਨੂੰ ਖ਼ਤਮ ਕਰ ਸਕੇ। ਪਤਨੀ ਨੇ ਮੇਰੀ ਗੱਲ ਨੂੰ ਨਾ ਗੌਲਦੇ ਹੋਏ ਕਿਹਾ, ਬਾਹਰ ਗਏ ਮੁੰਡਿਆਂ ਦੀਆਂ ਉਮਰਾਂ ਤਾਂ ਤੁਰਦੇ ਫਿਰਦਿਆਂ ਹੀ ਲੰਘ ਜਾਂਦੀਆਂ। ਆਪਣੀ ਰਾਣੀ ਦੀ ਉਮਰ ਵੀ ਤਾਂ ਹੁਣ 25 ਦੀ ਹੋ ਜੂ ਐਸ ਦੀਵਾਲੀ ਨੂੰ। ਮੈਂ ਗੁੱਸੇ ਨਾਲ ਕਿਹਾ, ਕਿੱਥੇ 25 ਤੇ ਕਿੱਥੇ 50? ਤੈਨੂੰ ਇਸ ਉਮਰ ਦਾ ਫਰਕ ਹੀ ਨਹੀਂ ਲੱਗਦਾ ਕਿਤੇ? ਆਪਾਂ ਕਿਉਂ ਧੀ ਨੂੰ ਕੂਚ ਧੱਕਾ ਦਿੰਦੇ ਆ? ਕੁੜੀ ਨੇ ਉਹਦੇ ਨਾਲ 4 ਦਿਨ ਨਹੀਂ ਕੱਟਣੇ ਉੱਥੇ ਜਾ ਕੇ। ਫਿਰ ਆਪਾਂ ਹੀ ਅੱਖਾਂ 'ਚ ਘਸੁੰਨ ਦੇ ਕੇ ਰੋਵਾਂਗੇ ਪਿੱਛੋਂ। ਅੱਖਾਂ 'ਚ ਘਸੁੰਨ ਦੇ ਕੇ ਰੋਣਾ ਮਤਲਬ ਬਹੁਤ ਜ਼ਿਆਦਾ ਰੋਣਾ। ਤਾਂ ਹੁਣ ਕੁੜੀ ਦੇ ਪਿਓ ਨੂੰ ਲੱਗ ਰਿਹਾ ਕਿ ਰਿਸ਼ਤਾ ਸਹੀ ਨਹੀਂ ਹੈ, ਪਰ ਉਸਦੀ ਮਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਆਪਣੀ ਮਾਂ ਨੂੰ ਨਾਲ ਲੈ ਕੇ ਪਰਦੇਸੀ ਕਾਕਾ ਸਾਡੇ ਘਰ ਆਇਆ। ਮੇਰਾ ਮਿੱਤਰ ਉਹਨਾਂ ਦੀ ਹਰ ਗੱਲ ਦਾ ਹਾਂ ਵਿੱਚ ਹੀ ਉੱਤਰ ਦੇ ਰਿਹਾ ਸੀ। ਅਸੀਂ ਵੀ ਦੋਵੇਂ ਪਤੀ ਪਤਨੀ ਉਹਨਾਂ ਕੋਲ ਜਾ ਬੈਠੇ। ਅਜੇ ਗੱਲਾਂ ਬਾਤਾਂ ਹੋ ਹੀ ਰਹੀਆਂ ਸਨ। ਸਾਡੇ ਕੋਲ ਰਾਣੀ ਦੀਆਂ ਸਹੇਲੀਆਂ ਕੁੱਕੀ ਤੇ ਸ਼ਮੀ ਆਈਆਂ। ਕੁੱਕੀ ਨੇ ਮੈਨੂੰ ਕਿਹਾ, ਅੰਕਲ ਜ਼ਰਾ ਅੰਦਰ ਆਇਓ ਨਾ। ਮੈਂ ਉਹਨਾਂ ਮਹਿਮਾਨਾਂ ਵਿੱਚੋਂ ਉੱਠ ਕੇ ਅੰਦਰ ਕੁੜੀਆਂ ਕੋਲ ਗਿਆ। ਰਾਣੀ ਨੇ ਰੋਂਦੀ ਜਿਹੀ ਆਵਾਜ਼ 'ਚ ਕਿਹਾ, ਡੈਡੀ ਮੈਂ ਨਹੀਂ ਜਾਣਾ ਬਾਹਰ ਬੂਹਰ। ਅੱਜ ਦੀ ਅਖਬਾਰ ਪੜ੍ਹ ਲਓ। ਕੋਲ ਖੜੀਆਂ ਕੁੜੀਆਂ ਨੇ ਹਾਮੀ ਭਰੀ। ਹਾਂ ਅੰਕਲ, ਅਖਬਾਰ ਵਿੱਚ ਅੱਜ ਬੜੀ ਭੈੜੀ ਖਬਰ ਹੈ ਕਿ ਕਿਸੇ ਮੁੰਡੇ ਨੇ ਕੈਨੇਡਾ ਲੈ ਕੇ ਜਾਣ ਦਾ ਬਹਾਨਾ ਲਾ ਕੇ 5 ਲੱਖ ਰੁਪਈਏ ਦਾਜ 'ਚ ਲੈ ਕੇ ਇੱਧਰ ਕੁੜੀ ਨਾਲ ਵਿਆਹ ਕਰਵਾ ਲਿਆ। 4 ਸਾਲ ਹੋ ਗਏ ਵਿਆਹ ਹੋਏ ਨੂੰ, ਉਹ ਮੁੜ ਕੇ ਨਹੀਂ ਪਰਤਿਆ। ਕੁੜੀ ਤੇ ਉਸਦੇ ਮਾਪੇ ਉਡੀਕ ਰਹੇ ਹੈ ਕਿ ਉਹ ਕਦੋਂ ਆਊ। ਮੈਂ ਖਬਰ ਸੁਣ ਕੇ ਘਬਰਾਤਾ ਗਿਆ ਸੀ, ਪਰ ਉਹਨਾਂ ਦਾ ਮਨ ਟਿਕਾਉਣ ਲਈ ਕੁੜੀਆਂ ਨੂੰ ਕਿਹਾ, ਖਬਰ ਤਾਂ ਭਾਵੇਂ ਠੀਕ ਹੈ, ਪਰ ਹਰੇਕ ਮੁੰਡਾ ਇਉਂ ਨਹੀਂ ਕਰਦਾ ਫਿਰਦਾ। ਭਾਵੇਂ ਮਤਲਬ ਭਾਵੇਂ। ਰਾਣੀ ਨੇ ਪੱਕੀ ਜ਼ਿੱਦ ਹੀ ਕਰ ਲਈ ਕਿ ਮੈਂ ਬਾਹਰਲੇ ਦੇਸ਼ ਨਹੀਂ ਜਾਣਾ। ਡੈਡੀ ਤੁਸੀਂ ਇਹਨਾਂ ਨੂੰ ਜਵਾਬ ਦੇ ਦਿਓ। ਮੰਨੋ ਤਾਂ ਮੈਂ ਧੀ ਦੀ ਗੱਲ ਸਹਿਮਤ ਨਾਲ ਹੋ ਗਿਆ ਸੀ, ਪਰ ਜੇ ਰਾਣੀ ਦਾ ਵਿਆਹ ਹੋ ਗਿਆ ਤਾਂ ਬੁੜਾ ਕੀ ਇਹਨੇ ਫੂਕਣਾ? ਹੁਣ ਉਹਦੇ ਪਿਓ ਨੂੰ ਤਾਂ ਲੱਗ ਰਿਹਾ ਕਿ ਗੱਲ ਸਹੀ ਹੈ ਕਿ ਜੇ ਰਾਣੀ ਦਾ ਵਿਆਹ ਉਸ ਨਾਲ ਕਰਤਾ ਤਾਂ ਬੁੜੇ ਨਾਲ ਉਹ ਆਪਣੀ ਜ਼ਿੰਦਗੀ ਬੁੱਢੇ ਬੰਦੇ ਨਾਲ ਕਿਵੇਂ ਕੱਟੇਗੀ। ਪਰ ਉਤਲੇ ਮਨੋਂ ਮੈਂ ਦੱਸਿਆ, ਇਹ ਬੰਦੇ ਬਹੁਤ ਚੰਗੇ ਹੈ, ਤੂੰ ਬੇਟੀ ਹੱਠ ਨਾ ਕਰ। ਹੱਠ ਮਤਲਬ ਜ਼ਿੱਦ। ਅਸੀਂ ਤੇਰੇ ਜ਼ਿੰਮੇਵਾਰ ਮਾਪੇ ਹਾਂ, ਉੱਧਰ ਜਾ ਕੇ ਤੂੰ ਮੌਜਾਂ ਕਰੇਂਗੀ। ਕੁੜੀ ਨੇ ਮੇਰੇ ਵੱਲ ਲਾਲ ਅੱਖਾਂ ਕੱਢਦੀ ਨੇ ਕਿਹਾ, ਤੁਸੀਂ ਮੈਨੂੰ ਟੂਲ ਬਣਾ ਕੇ ਆਪ ਤਾਂ ਸਾਰਾ ਟੱਬਰ ਵਿਦੇਸ਼ ਜਾਣ ਦੇ ਮਾਰੇ ਮੈਨੂੰ ਬੁੱਢੇ ਦੇ ਲੜ ਲਾ ਰਹੇ ਹੋ। ਮੈਂ ਕੋਈ ਖੂਹ ਟੋਬਾ ਗੰਦਾ ਕਰ ਦੂੰ। ਹੁਣ ਟੂਲ ਦਾ ਭਾਵ ਹੁੰਦਾ ਹੈ ਸੰਦ ਪੰਜਾਬੀ ਵਿੱਚ। ਤਾਂ ਉਹ ਕੀ ਕਹਿਣਾ ਚਾਹ ਰਹੀ ਹੈ ਰਾਣੀ ਕਿ ਤੁਸੀਂ ਮੈਨੂੰ ਇੱਕ ਸਹਾਰਾ ਬਣਾ ਕੇ, ਇੱਕ ਰਾਸਤਾ ਬਣਾ ਕੇ ਇੱਕ ਬੁੱਢੇ ਦੇ ਮਗਰ ਲਾ ਰਹੇ ਹੋ ਤਾਂ ਜੋ ਤੁਸੀਂ ਸਾਰੇ ਆਪ ਵੀ ਵਿਦੇਸ਼ ਪਹੁੰਚ ਸਕੋ। ਜੇ ਤੁਸੀਂ ਮੇਰਾ ਇਹਦੇ ਨਾਲ ਵਿਆਹ ਕੀਤਾ ਤਾਂ ਮੈਂ ਕੋਈ ਖੂਹ ਟੋਬਾ ਗੰਦਾ ਕਰ ਦੂੰ, ਮਤਲਬ ਮੈਂ ਕਿਸੇ ਖੂਹ ਜਾਂ ਟੋਬੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦੇਵਾਂਗੀ। ਕੁੜੀ ਦੀ ਸਿਰੇ ਵਾਲੀ ਗੱਲ ਸੁਣ ਕੇ ਮੈਂ ਜਿਵੇਂ ਪੱਥਰ ਹੀ ਬਣ ਕੇ ਰਹਿ ਗਿਆ ਹੋਵਾਂ। ਪੱਥਰ ਬਣ ਕੇ ਰਹਿਣਾ ਮਤਲਬ ਸੁੰਨ ਹੋ ਜਾਣਾ। ਝੱਟ ਮੇਰੇ ਇੱਕ ਮਾਸਟਰ ਆੜੀ ਦੀ ਕੁੜੀ ਯਾਦ ਆਈ, ਜਿਸਨੇ ਕੈਨੇਡਾ ਰਹਿੰਦੀ ਨੇ ਸਹੁਰਿਆਂ ਤੋਂ ਤੰਗ ਹੋ ਕੇ ਸਮੁੰਦਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਮੈਂ ਆਪਣੀ ਰਾਣੀ ਧੀ ਨੂੰ ਬੁੱਕਲ ਵਿੱਚ ਲਿਆ ਤੇ ਕਿਹਾ, ਬੇਟੀ ਤੈਨੂੰ ਮੈਂ ਹੁਣ ਕਦੇ ਵੀ ਬਾਹਰ ਜਾਣ ਲਈ ਤੰਗ ਨਹੀਂ ਕਰਾਂਗਾ, ਤੂੰ ਬੇਫਿਕਰ ਹੋ ਜਾ। ਮੈਂ ਉੱਥੋਂ ਬਾਹਰ ਆ ਕੇ
ਘਰ ਬੈਠੇ ਬੰਦਿਆਂ ਨਾਲ ਰਸਮੀ ਜਿਹੀਆਂ ਗੱਲਾਂ ਕੀਤੀਆਂ। ਜਦੋਂ ਉਹਨਾਂ ਨੇ ਲੜਕੀ ਵੇਖਣ ਦੀ ਗੱਲ ਤੋਰੀ ਤਾਂ ਮੈਂ ਪਤਨੀ ਤੇ ਮੇਰੇ ਮਿੱਤਰ ਨੂੰ ਲੈ ਕੇ ਬਾਹਰ ਆਇਆ। ਅਸੀਂ ਤਿੰਨੇ ਕਮਰੇ ਵਿੱਚ ਬੈਠ ਗਏ। ਮੈਂ ਮਿੱਤਰ ਨੂੰ ਦੁੱਧ ਵਰਗਾ ਚਿੱਟਾ ਜਵਾਬ ਦੇ ਦਿੱਤਾ। ਦੁੱਧ ਵਰਗਾ ਚਿੱਟਾ ਮਤਲਬ ਕੋਰਾ ਜਵਾਬ, ਸਾਫ਼ ਜਵਾਬ। ਵੇਖ ਭਾਈ, ਤੈਨੂੰ ਜਿਹੜੀ ਤਕਲੀਫ ਅਸੀਂ ਦਿੱਤੀ ਹੈ ਤੈਥੋਂ ਮਾफ़ੀ ਮੰਗਦੇ ਹਾਂ, ਪਰ ਸਾਡੀ ਧੀ ਕਹਿੰਦੀ ਹੈ ਕਿ ਜੇ ਮੇਰਾ ਇਸ ਬੁੜੇ ਨਾਲ ਸਿਰ ਨਰੜ ਕਰੋਗੇ ਤਾਂ ਮੈਂ ਪਹਿਲਾਂ ਹੀ ਖੁਦਕੁਸ਼ੀ ਕਰ ਲੂੰ। ਸਿਰ ਨਰੜ ਕਰਨਾ ਮਤਲਬ ਧੱਕੇ ਦਾ ਵਿਆਹ ਕਰਨਾ। ਖੁਦਕੁਸ਼ੀ ਕਰ ਲਵਾਂਗੀ ਮੈਂ। ਅਸੀਂ ਇੱਥੇ ਰਿਸ਼ਤਾ ਨਹੀਂ ਕਰਨਾ। ਮੇਰੀ ਪਤਨੀ ਦੇ ਵੀ ਕੋਈ ਚੰਗੀ ਸੋਚ ਮਨ ਵਿੱਚ ਆ ਗਈ ਸੀ। ਉਸਨੇ ਮੇਰੀ ਹਾਂ ਵਿੱਚ ਹਾਂ ਮਿਲਾ ਦਿੱਤੀ ਸੀ। ਤੁਸੀਂ ਸਾਰੇ ਬਾਹਰ ਜਾਣ ਦੇ ਮਾਰੇ ਮੈਨੂੰ ਟੂਲ ਬਣਾ ਕੇ ਵਰਤ ਰਹੇ ਹੋ। ਮੈਨੂੰ ਤੁਸੀਂ ਬੁੜੇ ਦੇ ਗੱਲ ਆ ਰਹੇ ਹੋ। ਧੀ ਦੇ ਮਾਰੇ ਮਿਹਣੇ ਨੇ ਮੇਰੇ ਸੀਨੇ ਸੱਲ ਕਰ ਗਏ ਸਨ। ਮਿਹਣਾ ਮਤਲਬ ਤਾਨਾ, ਚੁੱਭ ਵੀ ਗੱਲ ਕਰਨਾ, ਤੇ ਸੀਨੇ ਸੱਲ ਕਰਨਾ ਮਤਲਬ ਸੀਨੇ ਵਿੱਚ ਇੱਕ ਦਰਦ ਪੈਦਾ ਕਰਨਾ। ਹੁਣ ਪੱਕਾ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੀ ਧੀ ਦਾ ਵਿਆਹ ਇੱਧਰ ਹੀ ਕਰਾਂਗਾ। ਮਤਲਬ ਇੱਧਰ ਦਾ ਮਤਲਬ ਭਾਰਤ ਦੇ ਵਿੱਚ ਹੀ ਕਰਾਂਗਾ, ਵਿਦੇਸ਼ ਨੂੰ ਨਹੀਂ ਭੇਜਾਂਗਾ। ਸੋਚਿਆ ਸੀ ਚਲੋ ਕਿ ਮੈਂ ਤਾਂ ਇੱਥੇ ਜ਼ਿੰਦਗੀ ਮਾੜੀ ਚੰਗੀ ਕੱਟ ਲਈ ਹੈ। ਆਹ ਕੁੜੀ ਦੇ ਬਹਾਨੇ ਦੋਹਾਂ ਮੁੰਡਿਆਂ ਨੂੰ ਵੀ ਵਿਦੇਸ਼ ਭੇਜ ਦਿਆਂਗਾ। ਇਸ ਦੇਸ਼ ਵਿੱਚੋਂ ਖੱਪ ਮਰਨ ਨਾਲ ਤਾਂ ਉੱਧਰ ਕੰਮ ਕਰਦੇ ਬੰਦੇ ਦੀ ਜਾਨ ਸੌਖੀ ਤਾਂ ਰਹਿੰਦੀ ਹੈ। ਕਹਿੰਦੇ ਆ ਉੱਧਰ ਬੰਦੇ ਦੇ ਕੀਤੇ ਕੰਮ ਦੀ ਮਿਹਨਤ ਨੂੰ ਫਲ ਲੱਗਦਾ ਹੈ। ਅਸੀਂ ਤਾਂ ਉਹਨਾਂ ਲੋਕਾਂ ਦੀ ਰੀਸ ਕਰ ਰਹੇ ਸਾਂ ਜਿਨ੍ਹਾਂ ਲੋਕਾਂ ਕੋਲ ਇੱਧਰ 100 ਕਿੱਲੇ ਜ਼ਮੀਨ ਹੈ, ਚੰਗੇ ਕੰਮ ਧੰਦੇ ਹੋਰ ਵੀ ਚੱਲਦੇ ਹੈ। ਉਹ ਆਪਣੀਆਂ ਧੀਆਂ ਨੂੰ ਵਿਦੇਸ਼ਾਂ ਵਿੱਚ ਵਿਆਹ ਦਿੰਦੇ ਹੈ। ਉਹ ਵੀ ਲੋਕ ਜਿਹੜੇ ਇੱਧਰ ਮੌਜਾਂ ਮਾਣਦੇ ਹੈ ਉੱਧਰ ਜਾ ਕੇ ਸੈੱਟ ਹੋਣ ਦੀਆਂ ਸਕੀਮਾਂ ਬਣਾਉਂਦੇ ਹੈ। ਆਹ ਅਖਬਾਰਾਂ ਵਿੱਚ ਆਮ ਹੀ ਆਪਾਂ ਠੱਗੀ ਠੋਰੀ ਦੀਆਂ ਖਬਰਾਂ ਪੜ੍ਹਦੇ ਹਾਂ ਕਿ ਇੱਥੋਂ ਗਏ ਮੁੰਡੇ ਆਪ ਸੈੱਟ ਹੋਣ ਦੇ ਮਾਰੇ ਮੇਮਾਂ ਨਾਲ ਫਰਜ਼ੀ ਵਿਆਹ ਕਰਵਾ ਲੈਂਦੇ ਹੈ, ਬੱਚੇ ਵੀ ਹੋ ਜਾਂਦੇ ਹੈ। ਫਿਰ ਇੱਧਰ ਦੇਸ਼ ਵਿੱਚ ਆ ਕੇ ਚੰਗੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ ਦਾਜ ਬਟੋਰ ਕੇ ਲੱਖਾਂ ਰੁਪਏ ਲੈ ਜਾਂਦੇ ਹੈ। ਕੁੜੀ ਵਿਚਾਰੀ ਸਾਲਾਂ ਬੱਧੀ ਉਹਦੀ ਉਡੀਕ ਕਰਦੀ, ਕਿਸੇ ਪਾਸੇ ਜੋਗੀ ਨਹੀਂ ਰਹਿੰਦੀ। ਜੇ ਅਜਿਹੇ ਲਾਲਚੀ ਵਿਆਹ ਕਰਵਾ ਕੇ ਕੁੜੀ ਨੂੰ ਨਾਲ ਲੈ ਵੀ ਜਾਂਦੇ ਹੈ ਤਾਂ ਉੱਧਰ ਲਿਜਾ ਕੇ ਛੱਡ ਦਿੰਦੇ ਹਨ। ਹਾਂ, ਮੇਰੀ ਧੀ ਨੇ ਪ੍ਰਦੇਸ ਨਾ ਜਾਣ ਦੀ ਅੜੀਕ ਕਰਕੇ ਮੇਰੇ ਕਪਾਟ ਖੋਲ੍ਹ ਦਿੱਤੇ। ਕਪਾਟ ਮਤਲਬ ਦਿਮਾਗ ਖੋਲ੍ਹ ਦਿੱਤਾ। ਮੈਂ ਆਪਣੀ ਰਾਣੀ ਧੀ ਨੂੰ ਪ੍ਰਦੇਸ ਨਹੀਂ ਭੇਜਾਂਗਾ, ਕਦੀ ਨਹੀਂ, ਹਰਗਿਜ਼ ਨਹੀਂ। ਹਰਗਿਜ਼ ਨਹੀਂ ਮਤਲਬ ਕਿਸੇ ਵੀ ਕੀਮਤ 'ਤੇ ਨਹੀਂ ਭੇਜਾਂਗਾ। ਤਾਂ ਇਹ ਸੀ ਸਾਡੀ ਕਹਾਣੀ ਪਰਦੇਸ ਨਾ ਤੂੰ ਤੋਰੀ ਬਾਬਲਾ। ਤਾਂ ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਕੁਝ ਲੋਕ ਵਿਦੇਸ਼ੀ ਜੋ ਰਹਿੰਦੇ ਨੇ ਉਹ ਇੱਧਰ ਦੀਆਂ ਕੁੜੀਆਂ ਨੂੰ ਫਸਾ ਕੇ ਉਹਨਾਂ ਨਾਲ ਵਿਆਹ ਕਰ ਲੈਂਦੇ ਨੇ, ਪਰ ਉਹਨਾਂ ਨੂੰ ਆਪਣੇ ਨਾਲ ਨਹੀਂ ਲੈ ਕੇ ਜਾਂਦੇ। ਤਾਂ ਇਸ ਤਰ੍ਹਾਂ ਦਾ ਕੋਈ ਵੀ ਲਾਲਚ ਕਰਕੇ ਮਾਪਿਆਂ ਨੂੰ ਆਪਣੀ ਕੁੜੀਆਂ ਦੇ ਵਿਆਹ ਜ਼ਬਰਦਸਤੀ ਬਾਹਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਕੁੜੀਆਂ ਦਾ ਵਿਆਹ ਹਮੇਸ਼ਾ ਉਹਨਾਂ ਦੇ ਨਾਲ ਰਲਦੇ, ਉਹਨਾਂ ਦੀ ਉਮਰ ਦੇ ਅਤੇ ਉਹਨਾਂ ਦੇ ਨਾਲ ਰਲਦੇ ਮਿਲਦੇ ਮੁੰਡਿਆਂ ਨਾਲ ਹੀ ਕਰਨਾ ਚਾਹੀਦਾ ਹੈ। ਕਹਾਣੀ ਪੂਰੀ ਹੁੰਦੀ ਹੈ। ਹੁਣ ਇਸ ਦੇ ਦੂਸਰੇ ਭਾਗ ਵਿੱਚ ਅਸੀਂ ਇਸ ਦਾ ਅਭਿਆਸ ਕਰਾਂਗੇ। ਉਦੋਂ ਤੱਕ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਰਮਨਦੀਪ ਕੌਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ।